मेरी मंजिलों को जाने वाले रास्ते सारे बह गए, ख्वाब सुहाने दिखाने वाले ना जाने कहाँ पर रह गए। माँ का जेवर बेचकर सारा सपने सजा कर आया था, कर सब चुका दूंगा मैं वादे करके आया था। पक्का मकान जहेज बहन का, हाँ पैसा भी बहुत लाऊंगा। बेरहम लहरों के हाथों ख्वाब मेरे लुट कर रह गए। बच्चों का मुस्तकबिल महफूज बनाने अपनों को छोड़ कर आया था। हाँ तुझे भी जल्द बुला लूँगा पगली, मैं वादा करके आया था। काश अपनों की मान कर सारी गैरों की बात को टाल देते हम। डंकी से डूब गए बेचारे, सब यार भी मेरे बह गए। अब याद जो तुझको आएगी, मेरी तस्वीर आंखों में लहराएगी। डूबना मेरा मुकद्दर ठहरा, वो भी अश्कों में तेरे डूब जाएगी। अस्सलाम वालेकुम, मेरा नाम है ज़ुएब भट्ट और ये है तंग गलियों से खुले समंदरों तक का एक सफ़र और उसकी पुकार। मेरे पीछे आप दो घर देख रहे हैं, एक वो बहुत बड़ा घर है, एक ये घर है। वो आरजी घर है, ये अबदी घर है। वो बनाते 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 हम इसमें आ जाते हैं। ईंटें, चूना, तमाम मेहनत, तमाम चीज़ें उस घर के लिए इकट्ठी करते रहते हैं और इसको भूल जाते हैं। फिर एक वक्त क्या आता है कि हमें पता ही नहीं होता कि शायद हमने इस घर में आना है कि नहीं आना। हम उसी घर को, बड़े घर को अपना सारा कुछ समझ बैठते हैं। बड़े घर बनाने का ख्वाब लिए हम कैसे इस हमेशा के घर में चले गए, आज के शो में आपको ये सफ़र सुनाएंगे, दिखाएंगे और कोई ऐसी बातें बताएंगे जिसमें शायद हमें खुद भी ज़रूरत है खुद को दुरुस्त करने की। आए आपको एक कहानी सुनाता हूँ। अल्लाह सोना मेरा मेल कराया, मैंने फोन आ जा, मेरे पुत्र ने मेरे अमन का फोन आ जा, मैं ठंड पे ਕਿਹੜੀ ਤਰੀਕ ਨੂੰ ਇੱਥੋਂ ਗਿਆ ਸੀ? 3 ਤਰੀਕ ਗਿਆ ਈਦ ਤੋਂ ਬਾਅਦ। 3 ਈਦੋਂ ਬਾਅਦ, ਛੋਟੀ ਈਦੋਂ ਬਾਅਦ। ਤੇ ਮਾਈ ਕਿੰਨੇ ਬੱਚੇ ਨੇ ਤੁਹਾਡੇ? 2 ਬੇਟੇ ਨੇ ਮਾਸ਼ਾਅੱਲਾ। ਤੇ ਬੇਟਾ ਵੱਡਾ ਸੀ ਛੋਟਾ ਸੀ? ਛੋਟਾ ਹੈ। ਛੋਟਾ ਸੀ ਜੀ, ਛੋਟਾ। ਤੇ ਹਾਮਦ ਨੂੰ ਕਿਉਂ ਜਾਣਾ ਪਿਆ? ਕੀ ਬਾਹਰ ਜਾਣ ਦਾ ਸ਼ੌਕ ਸੀ? ਸ਼ੌਕ ਬਸ ਆ ਦੁਨੀਆ ਦੇ ਹਾਲਾਤ ਇੱਥੇ ਕਿਹੋ ਜਿਹੇ ਨੇ? ਕਿ ਮਤਲਬ ਖਾਣ ਪੈਸੇ ਪੂਸੇ ਘੱਟ ਹੈਗੇ ਨੇ? ਜੀ ਜ਼ਿਮੀਂਦਾਰੀ ਵਿੱਚ ਬਚਦਾ ਕੁਝ ਨਹੀਂ। ਕਿਸਾਨ ਹੈਗਾ ਸੀ, ਵਾਈ ਬੀਜੀ ਕਰਦਾ ਜੀ? ਵਾਈ ਕਰਦੇ ਨੇ, ਦੋਵੇਂ ਭਾਈ ਵਾਈ ਤੇ ਬਾਲਦ ਫੌਤ ਹੋ ਗਿਆ। ਬਾਲਦ ਫੌਤ ਹੋ ਗਿਆ, 7 ਸਾਲ ਹੋ ਗਏ ਫੌਤ ਹੋ ਗਏ। ਵਾਈ ਬੀਜੀ ਕਰਦਾ ਸੀ ਜੀ। 5 ਬੇਟੀਆਂ ਨੇ, 5 ਭੈਣਾਂ। 5 ਭੈਣਾਂ ਨੇ ਤੇ 2 ਭਾਈ ਨੇ। ਤੇ ਛੋਟੇ ਨੇ ਭੈਣਾਂ ਵਿਆਹੀ ਦੀਆਂ ਨੇ? 2 ਵਿਆਹੀਆਂ ਨੇ, ਇੱਕ ਬਾਪ ਤੋਂ ਬਾਅਦ ਵਿਆਹੀ, ਇੱਕ ਪਹਿਲਾਂ ਵਿਆਹੀ ਗਈ। ਭਰਾਵਾਂ ਨੇ ਵਿਆਹੀ ਹੈ? ਜੀ ਭਰਾਵਾਂ ਨੇ ਵਿਆਹੀ। ਤੇ ਭਰਾਵਾਂ ਤੇ ਬਹੁਤ ਜਗ੍ਹਾ ਸੀ ਇਹ ਵੀ ਕਿ ਭੈਣਾਂ ਵੀ ਵਿਆਹਣੀਆਂ? ਜੀ ਜੀ ਬਹੁਤ ਜ਼ਿਆਦਾ ਹੈ, ਆਮਦਨ ਕੋਈ ਨਹੀਂ। ਤੇ ਵੱਡਾ ਭਾਈ ਕੀ ਕਰਦਾ ਜੇ? ਵਾਈ ਦੀ ਕਰਦਾ ਜੇ। ਬਾਹਰ ਜਾ ਕੇ ਕੀ ਕਹਿੰਦਾ ਸੀ? ਗੱਲ ਕਰਦਾ ਸੀ ਕਿ ਬਾਹਰ ਕਿਉਂ ਜਾਣਾ? ਦੱਸਿਆ ਤੁਹਾਨੂੰ? ਉਸ ਕੁਝ ਵੀ ਨਹੀਂ ਆਖਿਆ। ਨਹੀਂ ਤੁਹਾਨੂੰ ਕੀ ਦੱਸਿਆ ਜਦੋਂ ਬਾਹਰ ਚੱਲਾ ਸੀ? ਕਿੱਥੇ ਚੱਲਾ ਸੀ ਦੱਸਿਆ ਨਹੀਂ? ਇਟਲੀ। ਇਟਲੀ ਚੱਲਾ ਸੀ? ਜੀ। ਤੇ ਕੀ ਕਹਿੰਦਾ? ਖੁਸ਼ ਹੈਗਾ ਸੀ ਕਿ ਮੈਂ ਕੀ ਕਰਾਂਗਾ? ਖੁਸ਼ ਆਈ। ਮੈਨੂੰ ਆਪਣੀ ਹਿਫਾਜ਼ਤ ਵਿੱਚ ਅੱਲਾਹ ਤਾਲਾ ਰੱਖੇ, ਮੈਂ ਆਪੜ ਜਾ ਤੇ ਮੈਂ ਆਪਣੇ ਕਮਾਨ ਦਾ, ਮੈਂ ਆਪਣੀਆਂ ਭੈਣਾਂ ਦਾ ਆਪਣਾ ਸੀ ਅੱਛਾ ਵਕਤ ਲਗਾਉਣ। ਤੇ ਇਹ ਫਿਰ ਜ਼ਿੰਦਗੀ ਬੱਚੇ ਸੋਚਦੇ ਨੇ, ਮੇਰਾ ਬੇਟਾ ਇਹ ਸੋਚਦੇ ਨੇ। ਨਹੀਂ ਸੋਚ ਕੋਈ ਸਾਡੀ ਜ਼ਿਆਦਤੀ ਕਰਕੇ ਸਾਡਾ ਬੇਟਾ ਨਹੀਂ ਨਿਕਲਿਆ। ਨਹੀਂ ਜ਼ਿਆਦਤੀ ਤੇ ਕੋਈ ਜ਼ਿਆਦਤੀ ਤੇ ਤੁਹਾਡੇ ਨਾਲ ਹੋਈ ਮਾਂ ਜੀ? ਸਰ ਜ਼ਿਆਦਤੀ ਤੁਹਾਡੇ ਨਾਲ ਹੋਈ? ਅੱਲਾਹ ਸੋਹਣਾ ਕਿ ਤੁਹਾਡਾ ਬੱਚਾ ਜਵਾਨ ਬੱਚਾ ਜਿਹੜਾ ਉਹ ਕਸ਼ਤੀ 'ਚ ਬੈਠਾ ਸੀ ਤੇ ਮਾਸ਼ਾਅੱਲਾ ਤੁਹਾਡੇ ਯਾਰ ਮੇਰਾ ਬੇਟਾ, ਤੁਹਾਡੇ ਯਾਰ ਮੇਰਾ ਬੇਟਾ ਕਦ ਪੋਤਾ ਮੇਰਾ ਪੁੱਤਰ ਜੀ, ਮੇਰੇ ਬੱਚੇ ਕੋਈ ਵੀ ਸਾਡਾ ਬੇਟਾ ਨੱਚ ਕੇ ਨਹੀਂ ਗਿਆ। ਸਾਹ ਮਾਂ ਪੁੱਤਰ ਟੋਰਿਆ ਆਪ ਟੋਰਿਆ ਟੋਰਿਆ ਧੱਕੇ ਨਾ ਕੋਈ ਮੇਰਾ ਪੁੱਤਰ ਕੋਈ ਕੰਮ ਵੀ ਨਹੀਂ ਕਰਦਾ ਸਾਡੀ ਇਜਾਜ਼ਤ ਤੋਂ ਬਗੈਰ। ਸਾਡੇ ਨਾਲ ਪਿਆਰ ਕਰਦਾ ਸੀ? ਪਿਆਰ ਕਰਦਾ। ਪਰ ਮਾਂ ਜੀ ਹੈ ਤੇ ਹੁਣ ਅੱਲਾਹ ਤਾਲਾ ਦਾ ਹੁਕਮ ਹੈ, ਕੀ ਕਹਿ ਸਕਦਾ ਮੈਂ ਕਰੇ ਮੇਰੇ ਪੁੱਤਰ ਦਾ। ਅੱਲਾਹ ਤਾਲਾ ਉਹਦੇ ਤੇ ਰਹਿਮ ਕਰੇ, ਅੱਲਾਹ ਤਾਲਾ ਉਹਦੀ ਅਗਲੀ ਮੰਜ਼ਿਲਾਂ ਆਸਾਨ ਕਰੇ। ਮੇਰੇ ਯਤੀਮ ਬੱਚੇ ਨੇ। ਵਿਆਹਿਆ ਤਾਂ ਸੀ? ਨਹੀਂ ਕੁਆਰੇ ਨੇ। ਕੁਆਰੇ ਨੇ? 3 ਭੈਣਾਂ ਤੇ ਛੋਟੇ ਨੇ, ਕੁਆਰਾ ਮੇਰਾ ਵੱਡੇ ਤੋਂ ਵੀ ਨਿੱਕਾ ਵਾ। ਕਿੰਨੀ ਉਮਰ ਸੀ ਇਹਦੀ? ਉਮਰ ਹੈ ਉਹਦੀ 25-26 ਸਾਲ। ਜਵਾਨ ਬੱਚਾ ਜੀ? ਜਵਾਨ ਬੱਚਾ ਮੇਰਾ ਮਾਸ਼ਾਅੱਲਾ। ਤੁਹਾਡੇ ਹਰਕਤ ਬਹੁਤ ਆ ਮੇਰਾ ਬੇਟਾ, ਹਿੰਮਤ ਆ। ਮਾਂ ਜੀ ਅੱਲਾਹ ਤਾਲਾ ਤੁਹਾਡੇ ਹਾਲ ਤੇ ਰਹਿਮ ਕਰੇ, ਮੇਰੀ ਦੁਆ ਹੈ ਤੁਹਾਡੇ। ਅੱਲਾਹ ਤਾਲਾ ਜਿਹੜੇ ਬੱਚੇ ਆ ਜਾਂਦੇ ਨੇ ਉਹਨਾਂ ਵਾਸਤੇ ਵੀ ਦੁਆ ਕਰੋ ਕਿ ਅੱਲਾਹ ਤਾਲਾ ਉਹਨਾਂ ਨੂੰ ਹਿਦਾਇਤ ਦੇਵੇ। ਸਾਰਿਆਂ ਜੋ ਕਰਨੀ ਮੇਰੇ ਬੱਚੇ ਯਤੀਮ ਬੱਚੇ। ਅੱਲਾਹ ਤਾਲਾ ਮਾਂ ਜੀ ਤੁਹਾਡੇ ਹਾਲ ਤੇ ਰਹਿਮ ਕਰੇ, ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਤੁਹਾਡੇ ਬੱਚਿਆਂ ਦੇ ਨਸੀਬ ਅੱਛੇ ਕਰੇ। ਮੈਂ ਅੱਲਾਹ ਦੇ ਵਾਲੇ ਕੀਤਾ ਜੀ, ਮੈਂ ਅੱਲਾਹ ਦੇ ਸਪੁਰਦ ਕੀਤਾ ਜੇ ਮੈਂ ਆਪਣਾ ਪੁੱਤਰ।
अल्लाह सोना मेरा मेल करा, मैंने फोन आ जा, मेरे पुत्र ने मेरे अमन का फोन आ जा, मैं ठंड पे जो अल्लाह का हुक्म आ जो अल्लाह का ਤੁਸੀਂ ਆਪਣਾ ਖਿਆਲ ਰੱਖੋ ਅੱਲਾਹ ਤਾਲਾ ਤੁਹਾਨੂੰ ਸਬਰ ਦੇਵੇ मैं चिरका जा पुत्र लगे मां ने बच्चों ने कुछ भी ना होवे, मां ने बच्चों ने कुछ भी ना होवे जी। ਅੱਲਾਹ ਤਾਲਾ ਤੁਹਾਨੂੰ ਸਬਰ ਦੇਵੇ आमीन ਆਮੀਨ आमीन ਆਮੀਨ ਸਾਨੂੰ ਇਜਾਜ਼ਤ ਦਿਓ ਮਾਲ ਇਹ ਚੱਲਦੇ ਨੇ ਚੱਲ ਤੁਸੀਂ ਆਪਣਾ ਖਿਆਲ ਅੱਲਾਹ ਤਾਲਾ ਤੁਹਾਨੂੰ ਸਬਰ ਦੇਵੇ ਜੇ ਪੈਦਾ ਜਿਸ ਮੇਰਾ ਅਮਨ ਤੇ ਮਿਲਦੇ ਸੀ, ਮੇਰਾ ਅਮਨ ਮਿਲਦੇ ਸੀ ਗਿਆ ਮੈਨੂੰ ਭਰਾ ਮਦੀ ਸਮਝੋ ਜੀ। ਮਿਹਰਬਾਨੀ ਤੁਹਾਡੀ ਸੱਲੱਲਾਹੁ ਮੁਹੰਮਦ ਆਮੀਨ ਆਮੀਨ ਅੱਲਾਹ ਤੁਹਾਡੇ ਬੱਚਿਆਂ ਨੂੰ ਸਲਾਮਤ ਰੱਖੇ ਅੱਲਾਹ ਤਾਲਾ ਤੁਹਾਡੀ ਬੇਟੀਆਂ ਦੇ ਨਸੀਬ ਅੱਛੇ ਕਰੇ ਮੇਰੀ ਦੁਆ ਹੈ ਅੱਲਾਹ ਤਾਲਾ ਤੁਹਾਡੇ ਬੱਚਿਆਂ ਨੂੰ ਤੁਹਾਡੇ ਨਾਲ ਸਲਾਮਤ ਰੱਖੇ ਤੁਹਾਡੇ ਬੁਢਾਪੇ ਦਾ ਸਹਾਰਾ ਬਣਾਏ ਤੁਹਾਡੇ ਬੇਟੇ ਨੂੰ ਵੱਡੇ ਨੂੰ ਅੱਲਾਹ ਤਾਲਾ ਤਰੱਕੀ ਦੇਵੇ ਕਿ ਉਹਨੂੰ ਕਦੀ ਬਾਹਰ ਨਾ ਜਾਣਾ ਪਵੇ ਮੇਰੀ ਦੁਆ ਹੈ ਮਾਂ ਜੀ ਦਾ ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਉਹਨਾਂ ਦੇ ਸਿਰ ਤੇ ਸਲਾਮਤ ਰੱਖੇ ਹਾਂ ਕੋਈ ਮੇਰੇ ਲਾਇਕ ਕੋਈ ਹੁਕਮ ਹੋਏ ਖਿਦਮਤ ਹੋਏ ਤੇ ਮੈਨੂੰ ਦੱਸ ਦੁਆ ਦਿਓ ਕਰਿਓ ਮੇਰੇ ਬੇਟੇ ਨੂੰ, ਅੱਲਾਹ ਤਾਲਾ ਮੇਲ ਕਰਾਏ ਮੇਰੀ ਦਾ ਆਵਾਜ਼ ਆਮੀਨ 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 ਮੇਰੇ ਕੰਨੀ ਆਵਾਜ਼ ਪੈ ਜਾ ਮੇਰੇ ਪੁੱਤਰ ਨੂੰ, ਅੱਲਾਹ ਖੈਰ ਕਰੇ ਅੱਲਾਹ ਖੈਰ ਕਰੇ ਮੇਰਾ ਤੁਹਾਨੂੰ ਜ਼ਿੰਦਗੀ ਤੰਦਰੁਸਤ ਮਿਹਰਬਾਨੀ अल्लाह दे वाले अल्लाह दे अल्लाह दे मैं गांव में मौजूद हूँ। ये गुजरात का एक गांव है, छोटे गांव हैं यहाँ सारे। यहाँ पर मोस्टली जो गांव में जिन गांव में मैं गया हूँ वहाँ पर लोग जो उनसे हैं मोस्टली ओवरसीज़ भी हैं। वहाँ लोग बाहर जा चुके हैं, बाहर के ख्वाब देखते हैं, लेकिन बड़ी ज़रखेज़ जगह, बड़ी खूबसूरत जगह है। और यहाँ पर जो ज़मीन है वो ज़रखेज़ है, सोना उगलती है। नौजवान यहाँ पर जो अभी जिन नौजवानों की हम बात कर रहे हैं उनमें जो ज़्यादातर थे वो YBG का काम करते थे, वो काश्तकारी करते थे, किसान थे। लेकिन वो अच्छे मुस्तकबिल के ख्वाब जब उनको दिखाए गए और उनको बताया गया कि बाहर तो ज़िंदगी बहुत हसीन है, तो वहाँ चलते हैं, तो वो उसको हसीन ज़िंदगी को पाने के लिए दोज़ख की आग से भी गुज़रना उनके लिए कोई कम चीज़ नहीं थी, और वो उससे भी गुजर गए और ज़िंदगी जो सी है उसकी बाजी हार गए। एक नौजवान हमारे साथ मौजूद है। ये नौजवान भी बाहर जाना चाहता है, लेकिन जाना अब चाहता है कि नहीं चाहता। इसके दोस्त जो उनसे हैं वो इस तरह हादसे के अंदर, इस साने के अंदर अपनी जान खो चुके। बच्चों कुछ भी ना हो, बच्चों कुछ भी ना हो जी। वालेकुम ਕੀ ਹਾਲ ਹੈ ਭਾਜੀ? ਅਲਹਮਦੁਲਿਲਾ। ਠੀਕ ਭਾਜੀ, ਕੀ ਹੋਇਆ ਹੈ ਮਾਜਰਾ ਸਾਰਾ? ਪਿੰਡ ਦੇ ਮੁੰਡੇ ਸਾਰੇ ਕੀ ਦੇਖਦੇ ਪਏ ਸੀ ਖਾਬ? ਕੌਣ ਦਿਖਾਉਂਦਾ ਪਿਆ ਸੀ? अब तो पहले नंबर ते ही गल है, बंदे आप मजबूर होंदे ने, फिर हाँ भी वेखदे तो फिर सारा कुछ वेखना। किसी का भी जे इत्थे मुस्तकबल ठीक होवे, सारा कुछ ठीक होवे, कोई बंदा नहीं चाहता कि अपने बच्चों तो अपने वालदैन तो दूर जाके ते रवे। फिर मजबूरियां सारा कुछ वेख के फिर एक होर चीज़ है, इत्थे पिंड च तुसां वेख्या जिन्ना भी चिट्टा चूने वाले जां ਵੱਡੇ ਘਰ 2 मंजिले या 3 मंजिले घर ने, वो सारे बाहर वाले ने। इत्थे जे किसी की 10 एकड़ ज़मीन है, वो ज़्यादा भी जोर लाए, हाँ कोई गल्लां प्या करे वा बड़ी ये होंदा वो होंदा, वो बातें ही सिर्फ रह जाती हैं। साडी ਵੱਡੇ ਘਰ ਦੇ ਕੇ ਦਿਲ ਕਰਦਾ ਆਪਣਾ ਵੀ ਵੱਡਾ ਹੋ। अपना वड्डा इत्थे कमा के किसी ना कोई वड्डा घर बनाया, ना कोई गड्डी वड्डी बनाई है। वो कह रहे हैं कि यहाँ पर जो इस गांव में आपको बड़े घर नजर आए हैं रास्ते में जो बने हैं, वो सारे लोग बाहर हैं, उन्होंने बाहर से कमाई करके लाए हैं। तो यहाँ के नौजवानों का भी दिल करता है कि वो भी इस तरह की बड़ी कोठी बनाएं अपने यहाँ पर गाँव में, और वो भी बाहर जाके पैसे कमा के लाएं। यहाँ पर पैसे कमा के उनका ये गुजारा नहीं होता, यहाँ गाँव में मेहनत करके पैसे नहीं बनते कि बड़ी कोठी बने और चूने वाला घर बने। अच्छा जी, तो तुसी भी बाहर जाना चाहते हो? जी ऐसा ही कितने जाना चाहते हो? मैं सारे रमानिया के पैसे दिते जे, मैं तो लीगली जाना पैसे दिते सी? जी कितने दिते पैसे ने। दिते हैं? दिते ने 3 लाख रुपया दिते हैं। 3 लाख रुपया देता है, तो किन्ने और मांग रहे हैं? वो तो ये मतलब 11.5 और देना पैना। 11.5 होर देना, तो किस तरह दोगे? वो मतलब इन्ने पैसे है ने अपने को? पैसे तो औखा सौखा जिवें भी हो जान दे, मकसद है वे हुण लीगल करना है। तो ओहदे विच एह वे कि बड़े काम जिन्ने हुण गए ने ना मुंडे, जिन्हां च कुछ डुबे ने, कुछ अपड़ भी गए ने, हाँ इन्हां सारियां रमानियां दी ट्राई कीती, कोशिश कीती है कि असीं लीगल तरीके नाल अपड़ जाइए, ना सानूं मतलब समंदर पार करना पवे, ना होर मतलब टेंशन घरे दे ना टेंशन बने, ना सन बने। असीं जहाज़ ते जाइए, उत्थों फिर अगे कोशिश करिए अगों इटली स्पेन टूर जाण दे। लेकिन यह वे कि रमानियां दा एक थोड़ा जिहा सन चांस है वे कि ਉਹਦੇ ਵਿੱਚ ਕੋਈ ਥੋੜੇ ਬਾਲੇ ਮੁੰਡਿਆਂ ਦੇ ਲੱਗੇ ਨੇ, ਜ਼ਿਆਦਾ ਮੁੰਡਿਆਂ ਦੇ ਉਹਦੇ ਵੀ ਨਹੀਂ ਲੱਗ ਰਹੇ। ਘੁੰਮਣ ਦੀ ਜਿਹੜੀ ਉਹ ਅੰਬੈਸੀਆਂ ਜੋ ਆਉਂਦੇ ਨੇ, ਜੋ ਉੱਥੋਂ ਲੱਗ ਵੀ ਜਾਏ ਅੰਬੈਸੀ ਸਾਡੀ ਅੱਲਾ ਦਾ ਫਜ਼ਲ ਹੈ ਏਡੀ ਵਧੀਆ ਕਿ ਉੱਥੋਂ ਲੱਗ ਵੀ ਜਾਏ, ਹਾਲਾਂਕਿ ਇਹ ਵੀ ਪਤਾ ਹੈ ਕਿ ਇੱਥੇ ਆਵਾਮ ਕੁਝ ਨਹੀਂ ਕਰ ਸਕਦੀ, ਉਹ ਇਹ ਨਹੀਂ ਮਨਜ਼ੂਰੀ ਦਿੰਦੇ, ਇਹ ਨਹੀਂ ਲੱਗਣ ਦਿੰਦੇ।
5 ਭੈਣਾਂ। ਤੇ ਭਰਾਵਾਂ ਤੇ ਬਹੁਤ ਜਗ੍ਹਾ ਸੀ ਇਹ ਵੀ ਕਿ ਭੈਣਾਂ ਵੀ ਵਿਆਹਣੀਆਂ ਸੀ। ਜੀ ਬਹੁਤ ਜ਼ਿਆਦਾ ਆਮਦਨ ਕੋਈ ਨਹੀਂ। ਕਿੰਨੇ ਬੱਚੇ ਨੇ ਤੁਹਾਡੇ? ਬੱਚੇ ਤਾਂ ਕੋਈ ਨਹੀਂ, ਇਸੇ ਵਾਸਤੇ ਜਾਣਾ ਚਾਹੁੰਦੇ ਆ, ਕੋਈ ਅੱਗੋਂ ਮਸਤਕਬਲ ਬਣੇ, ਕੋਈ ਬੱਚਿਆਂ ਵਾਲਾ ਸਿਸਟਮ ਬਣੇ। ਇੱਥੇ ਤੇ ਬੰਦੇ ਦਾ ਰਿਸ਼ਤਾ ਵੀ ਕੋਈ ਨਹੀਂ, ਸਿੱਧੀ ਜਿਹੜੀ ਗੱਲ। ਅੱਛਾ। ਹਾਂਜੀ, ਰਿਸ਼ਤੇਦਾਰੀ ਵਿੱਚ ਸੀਰੀਅਸ ਇਹ ਗੱਲ ਹੈ ਕਿ ਜਿਹੜਾ ਹੁਣ ਮੌਜੂਦਾ ਦੌਰ ਹੈ ਉਹਦੇ ਵਿੱਚ ਦੋ ਚੀਜ਼ਾਂ, ਇੱਕ ਤੇ ਇਹ ਹੁੰਦੀਆਂ ਨੇ ਕਿ ਗਵਰਨਮੈਂਟ ਜੌਬ, ਦੂਜੇ ਨੰਬਰ ਬਲਕਿ ਪਹਿਲੇ ਤਾਂ ਯੂਰਪ ਹੁੰਦਾ ਔਰ ਦੂਜੇ ਤੇ ਹੁਣ ਗਵਰਨਮੈਂਟ ਜੌਬ ਆ ਗਈ ਕਿ ਮੁੰਡਾ ਯੂਰਪ ਹੈਗਾ ਕਿ ਨਹੀਂ? ਉਹਦੇ ਵਿੱਚ ਉਹਦੀ ਕੋਈ ਪੜ੍ਹਾਈ ਲਿਖਾਈ ਦਾ ਨਹੀਂ, ਉਹਦਾ ਕੋਈ ਖਾਸ ਸ਼ਕਲੋ ਸੂਰਤ ਦਾ ਵੀ ਉਹਦਾ ਕੋਈ ਮਸਲਾ ਨਹੀਂ, ਠੀਕ ਹੈ। ਮੁੰਡਾ ਜਿਹੜਾ ਸੋਨਾ ਵੀ ਕੋਈ ਚੱਕਰ ਨਹੀਂ ਕਿ ਉਹ ਤੋਂ ਬਾਹਰ ਹੈਗਾ ਕਿ ਨਹੀਂਗਾ? ਯੂਰਪ ਹੈ, ਉਹਦੇ ਤੇ ਮੋਹਰ ਹੈ ਹਰ ਤਰ੍ਹਾਂ ਦੀ, ਕਿ ਉਹਨੂੰ ਰਿਸ਼ਤਾ ਦੇ ਦਿਓ। ਉਹਦੇ ਕਾਗਜ਼ ਬਣੇ ਜੇ, ਰਿਸ਼ਤਿਆਂ ਵਾਲੀਆਂ ਇਹ ਗੱਲਾਂ ਪੁੱਛਦੀਆਂ ਨੇ, ਅਗਲੇ ਬੰਦੇ ਪੁੱਛਦੇ ਨੇ, ਤੇ ਉਹ ਇੱਕ ਵਕਤ ਹੁੰਦਾ ਨਾ, ਮੌਜੂਦਾ ਵਕਤ 'ਚ ਸਾਰਿਆਂ ਨੂੰ ਅੱਗੇ ਇਹ ਚੀਜ਼ ਇਹ ਰਿਸ਼ਤਾ ਜਿਹੜਾ ਉਹ ਜਲਦੀ ਲਿਹਾਜ਼ ਨਾਲ ਯੂਰਪ ਅੱਗੇ ਵੇ। ਹਾਂ, ਯੂਰਪ ਵਾਲਾ ਮੁੰਡਾ ਜਿਹੜਾ ਇੱਕ ਰਿਸ਼ਤਾ ਹੀ ਸਾਰਿਆਂ ਨੂੰ ਵੱਡੀ ਚੀਜ਼ ਹੈ, ਉਹਦੇ ਵਿੱਚ ਵੀ ਇਹ ਚੀਜ਼ਾਂ ਜਿਹੜਾ ਮੈਟਰ ਕਰਨ ਲੱਗ ਪੈਣ ਤਾਂ ਸਮਝ ਲਓ। ਤੇ ਫਿਰ ਹੋਰ ਹਾਲਾਤ ਘਰ ਦੇ ਘਰ ਦੇ ਇਸੇ ਤਰ੍ਹਾਂ ਹੀ ਨੇ ਨਾ, ਜੇ ਇੱਥੇ ਬੰਦਾ ਮਿਹਨਤ ਜਿੰਨੀ ਵੀ ਕਰ ਲੇ ਬਣਦਾ ਕੱਖ ਨਹੀਂ, ਤੇ ਫਿਰ ਉਹ ਬੰਦਾ ਜ਼ਾਹਿਰ ਗੱਲ ਕੋਸ਼ਿਸ਼ ਕਰੇ ਤਾਂ ਕਿ ਮੈਂ ਬਾਹਰ। ਚਲੋ ਮੇਰਾ ਵੀਰ, ਅੱਲਾਹ ਤਾਲਾ ਸਾਡੇ ਹਾਲ ਤੇ ਰਹਿਮ ਕਰੇ, ਮਿਹਰਬਾਨੀ। ਕੀ ਕਹਿੰਦਾ? ਖੁਸ਼ ਹੈਗਾ ਸੀ ਕਿ ਮੈਂ ਕੀ ਕਰਾਂਗਾ? ਕਮਾਉਂਦਾ ਮੈਂ ਆਪਣੀਆਂ ਭੈਣਾਂ ਦਾ ਆਪਣਾ ਸੀ ਅੱਛਾ ਵਕਤ ਲਗਾਉਣ। इन छोटी गलियों से निकल के बच्चे बड़े हो जाते हैं और फिर अचानक उनको ये गलियां छोटी लगना शुरू हो जाती हैं और वो दुनिया में बाहर जाना चाहते हैं। हक है उनका, लेकिन इस सारे ख्वाब को ताबीर तक पहुंचाने में बाज़ दफ़ा अपनी जान भी देनी पड़ जाती है। बड़े दुख की बात है। जवान बच्चा जी माशाल्लाह तुहाडे हरकत बहुत ताला मेरा बेटा हिम्मत आ। ਤੁਹਾਡਾ ਬੇਟਾ ਸੀ, ਨਾਂ ਕੀ ਸੀ ਜੀ ਉਹਦਾ? ਜੀ ਦਾਊਦ ਸ਼ਹਿਜ਼ਾਦ। ਦਾਊਦ ਸ਼ਹਿਜ਼ਾਦ। ਦਾਊਦ ਸ਼ਹਿਜ਼ਾਦ। ਤੁਹਾਨੂੰ ਖਬਰ ਕਿਦੋਂ ਮਿਲੀ ਸੀ? ਇਹ ਸਰ ਖਬਰ ਸਾਨੂੰ ਮਿਲੀ ਹੈ ਪਿਛਲੇ ਸੋਮਵਾਰ। ਅੱਛਾ, ਤੇ ਕਿਹਨੇ ਦੱਸਿਆ ਕਿ ਤੁਹਾਨੂੰ? ਬੱਚੇ ਪਹੁੰਚ ਗਏ ਨੇ, ਏਜੰਟ ਨੇ ਦੱਸਿਆ ਕਿ ਪਹੁੰਚ ਗਏ ਨੇ। ਪਹੁੰਚ ਗਏ ਨੇ। ਮੈਂ ਉਹਨੂੰ ਕਿਹਾ ਹੈ ਸਾਡਾ ਰਾਬਤਾ ਕੋਈ ਨਹੀਂ ਹੈ, ਰਾਬਤਾ ਕਰਾਓ। ਉਹ ਸਨ ਜਿਹੜਾ ਨਾ ਝੂਠ ਬੋਲਦਾ ਰਿਹਾ, ਅੱਜ ਕਰਾਨਾ ਕੱਲ ਹੋ ਜਾਏਦਾ, ਪਰਸੋਂ ਹੋ ਜਾਏਦਾ ਰਾਬਤਾ, ਲੇਕਿਨ ਹੋਇਆ ਨਹੀਂ। ਤੇ ਅੱਗੋਂ ਫਿਰ ਇਹ ਖਬਰ ਆ ਗਈ ਸ਼ਿਪ ਵਾਲੀ, ਮੈਂ ਡੁੱਬ ਗਿਆ। ਉਹ ਰੌਲੇ ਵਿੱਚ ਸਾਡੇ ਬੱਚੇ ਹੈ ਹੀ ਇਸ ਸ਼ਿਪ ਵਿੱਚ ਸਨ। ਹੁਣ ਸਾਨੂੰ ਨਹੀਂ ਪਤਾ ਉਹ ਕਿਸ ਹਾਲਤ ਵਿੱਚ। ਦਾਊਦ ਦੇ ਨਾਲ ਰਾਬਤਾ ਕਿਦੋਂ ਰਿਹਾ ਤੁਹਾਡਾ? ਉਹਦੇ ਨਾਲ ਪਿਛਲੇ ਜੁਮੇ ਰਾਬਤਾ ਹੋਇਆ ਜੇ ਸਾਡਾ। ਉਸ ਆਖਰੀ ਮੈਸੇਜ ਉਹਦਾ ਉਹ ਹੈ ਵੈ ਅਸੀਂ ਸ਼ਿਪ ਦੇ ਵਿੱਚ ਬੈਠੇ ਹਾਂ ਤੇ ਨਿਕਲ ਚੱਲੇ ਹਾਂ, ਸਾਡੇ ਵਾਸਤੇ ਦੁਆ ਕਰ ਬਸ। ਉਹਨੇ ਫੋਨ ਤੇ ਤੁਹਾਨੂੰ ਕਿਹਾ? ਜੀ ਮੈਸੇਜ ਕੀਤਾ ਸੀ, ਆਡੀਓ ਮੈਸੇਜ ਸੀ। ਹਾਂਜੀ। ਜਾਣਾ ਕਿਉਂ ਚਾਹੁੰਦਾ ਸੀ? ਮੈਂ ਤੁਹਾਡੇ ਤੋਂ ਪੁੱਛਣਾ ਚਾਹ ਰਿਹਾ ਸੀ ਕਿ ਮੈਂ ਪਿੰਡ ਦੇਖਿਆ, ਅੱਛਾ ਹੈਗਾ ਪਿੰਡ, ਐਡਾ ਜ਼ਿਆਦਾ ਮਾੜਾ ਨਹੀਂ ਹੈਗਾ, ਲੇਕਿਨ ਮੁੰਡੇ ਕਾਫੀ ਸਾਰੇ ਜਾਣਾ ਚਾਹੁੰਦੇ ਸੀ, ਕੀ ਵਜ੍ਹਾ ਬਣੀ? ਵੇਖੋ ਜੀ ਇਸ ਟਾਈਮ ਵਕਤ ਜਿਹੜਾ ਨਾ ਬਹੁਤ ਨਾਜ਼ੁਕ। ਠੀਕ ਹੈ ਜੀ। ਭੈਣ ਦਾ ਸਾਥ ਨਹੀਂ ਦਿੰਦੇ, ਭਾਈ ਦਾ ਸਾਥ ਨਹੀਂ ਦਿੰਦਾ। ਸਹੀ ਹੈ ਜੀ। ਸਭ ਬੰਦੇ ਇੱਕ ਜੈਸੇ ਨਹੀਂ ਹੈ। ਨਫਸਾ ਨਫਸੀ ਦਾ ਆਲਮ। ਹਰ ਬੰਦੇ ਦੀ ਇਹ ਖਾਸ਼ ਹੁੰਦੀ ਹੈ ਕਿ ਮੇਰਾ ਵੀ ਕੋਈ ਮੁਸਤਕਬਲ ਹੋਵੇ, ਲੇਕਿਨ ਇੱਥੇ ਕੋਈ ਚਾਂਸ ਨਜ਼ਰ ਨਹੀਂ ਆਉਂਦੇ ਮੁਸਤਕਬਲ ਦੇ। ਹਾਲਾਤ ਹੀ ਇਸ ਤਰ੍ਹਾਂ ਦੇ, ਗੁਜ਼ਾਰਾ ਨਹੀਂ ਹੋ ਸਕਦਾ। ਤੇ ਜ਼ਿੰਮੇਵਾਰੀਆਂ ਸੀ ਪੁੱਤਰ ਤੇ ਦਾਊਦ ਤੇ? ਜੀ ਜ਼ਿੰਮੇਵਾਰੀਆਂ ਉਹਦੇ ਤੇ ਬੱਚਿਆਂ ਦੀਆਂ ਵੀ ਸਨ, ਬੀਵੀ ਦੀ ਵੀ ਹੈ, ਮੇਰੀ ਵੀ ਜ਼ਿੰਮੇਵਾਰੀ ਉਹਦੇ ਤੇ। ਸ਼ਾਇਦ ਬੱਚੇ ਕਿੰਨੇ ਸਨ? ਜੀ 3 ਬੱਚੇ। 3 ਬੱਚੇ ਨੇ? 2 ਬੇਟੇ ਨੇ, 1 ਬੇਟੀ, ਛੋਟੇ ਨੇ। ਬਈ ਬਹੁਤ ਸਦਮਾ ਹੈਗਾ ਭਾਜੀ ਇਹ ਤੇ। ਜੀ ਸਦਮਾ ਤੇ ਬਹੁਤ ਵੱਡਾ ਹੈ। ਤੁਸੀਂ ਆਪ ਕਿਸੇ ਨੂੰ ਜ਼ਿੰਮੇਦਾਰ ਸਮਝਦੇ ਹੋ ਸਾਰੀ ਸਿਚੁਏਸ਼ਨ ਦਾ? ਤੁਸੀਂ ਸਮਝਦੇ ਹੋ? ਜੀ ਜ਼ਿੰਮੇਦਾਰੀ ਵੇਖੋ, ਇਹ ਜ਼ਿੰਮੇਦਾਰ ਅਸਲ ਹਾਲਾਤ ਨੇ। ਹਾਲਾਤ ਜ਼ਿੰਮੇਦਾਰ ਨੇ, ਇਹਨਾਂ ਤੋਂ ਤੰਗ ਆ ਕੇ ਬੰਦੇ ਜਿਹੜੇ ਨੇ ਇਸ ਤਰ੍ਹਾਂ ਦਾ ਕਦਮ ਚੁੱਕਦੇ ਨੇ। ਨਹੀਂ ਤੇ ਜਿਹਦਾ ਇੱਥੇ ਗੁਜ਼ਾਰਾ ਹੁੰਦਾ ਹੋਵੇ ਨਾ, ਮਸਲਨ ਇੱਕ ਰੋਟੀ ਦਾਲ ਹੀ ਖਾਣੀ ਹੈ, ਉਹ ਵੀ ਆਸਾਨੀ ਨਾਲ ਲੱਭਦੀ ਹੋਵੇ ਤੇ ਕੋਈ ਬੰਦਾ ਬਾਹਰ ਨਹੀਂ ਜਾਂਦਾ। ਉਹ ਇੱਥੇ ਮੁਸ਼ਕਲ ਹੈ ਕੰਮ। ਤੁਹਾਨੂੰ ਹੁਣ ਇਤਲਾਹ ਕੀ ਹੈ ਉਹਦੇ ਬਾਰੇ ਚ, ਕੀ ਕਹਿੰਦੇ ਨੇ? ਜੀ ਸਾਨੂੰ ਕੋਈ ਇਤਲਾਹ ਨਹੀਂ ਹੈ, ਬਿਲਕੁਲ ਅਫਵਾਹਾਂ ਨੇ। ਵੈ ਫਲਾਣ ਜਗ੍ਹਾ ਤੇ ਬੱਚੇ ਲੱਗੇ ਨੇ, ਫਲਾਣ ਜਗ੍ਹਾ ਤੇ ਲੱਗੇ ਨੇ। ਬਸ ਰੱਬ ਦੇ ਦਰ ਦੀ ਉਮੀਦ ਹੈ ਕਿ ਹੋ ਸਕਦਾ ਸਾਡਾ ਬੱਚਾ ਸਾਨੂੰ ਮਿਲ ਹੀ ਜਾਏ। ਅੱਲਾ ਕਰੇ ਜੀ, ਮੇਰੀ ਦੁਆ ਹੈ। ਕੋਈ ਯਾਨੀ ਸ਼ੋਰ ਨਹੀਂ। ਮੈਂ ਅੱਲਾ ਦੇ ਸਪੁਰਦ ਕੀਤਾ ਜੇ ਮੈਂ ਆਪਣਾ ਪੁੱਤਰ। ਅੱਲਾ ਸੋਹਣਾ ਮੇਰਾ ਮੇਲ ਕਰਾਇਆ, ਮੈਨੂੰ ਫੋਨ ਆ ਜਾ ਮੇਰੇ ਪੁੱਤਰ ਦਾ, ਮੇਰੇ ਅਮਨ ਦਾ ਫੋਨ ਆ ਜਾ, ਮੈਂ ਠੱਡ ਪਿਆ ਜਾ। ਤੁਹਾਨੂੰ ਕੋਈ ਕਨਫਰਮੇਸ਼ਨ ਕੁਛ ਨਹੀਂ ਹੈਗਾ? ਕੁਛ ਵੀ ਬਸ ਯਾਨੀ ਕਿ ਬਿਲਕੁਲ ਹਵਾ ਜੀ ਹੈ ਕਿ ਪਤਾ ਨਹੀਂ ਕੀ ਜੀ ਹਵਾ ਵਿੱਚ ਹੀ ਹੈ। ਬਸ ਅਸੀਂ ਰੱਬ ਦੀ ਜ਼ਾਤ ਤੇ ਸ਼ੱਕ ਕਰਾਂ, ਹੋਰ ਸਾਨੂੰ ਕਿਸੇ ਤੇ ਕੋਈ ਉਮੀਦ ਵੀ ਨਹੀਂ ਹੈ।
ਨਾ ਗਵਰਨਮੈਂਟ ਤੇ, ਨਾ ਸਾਨੂੰ ਕਿਸੇ ਹੋਰ ਤੇ ਕੋਈ ਸਾਡਾ ਅੱਲਾਹ ਤਾਲਾ ਜੀ, ਅੱਲਾਹ ਤਾਲਾ ਬਿਹਤਰ ਅੱਲਾਹ ਦੀ ਸਬਬ ਜ਼ਾਤ ਤੇ ਭਰੋਸਾ ਹੈ ਕਿ ਉਹ ਸੀ ਕੋਈ ਜ਼ਰੀਆ ਬਣਾਣਾ। ਇਹ ਬੇਟਾ ਜੀ ਉਹਨਾਂ ਦਾ जी तो है बात सुनो, कैसे हो आप? ठीक हो? कौन सी क्लास में पढ़ते हो? प्रेप में? चल जाओ मेरा बेटा। अल्लाह ताला जी ਤੁਹਾਡੇ ਹਾਲ ਤੇ ਰਹਿਮ ਕਰੇ। ਅੱਲਾਹ ਤਾਲਾ ਅਗਰ ਉਹ ਤੁਹਾਡਾ ਬੱਚਾ ਸਲਾਮਤ ਹੈ ਤੇ ਤੁਹਾਡੇ ਤੱਕ ਉਹਨੂੰ ਪਹੁੰਚਾਏ। ਮੇਰੀ ਦੁਆ ਹੈ ਜੀ। ਆਮੀਨ। ਮੇਰੀ ਦੁਆ ਹੈ। ਅੱਲਾਹ ਤਾਲਾ ਤੁਹਾਡੇ ਹਾਲ ਤੇ ਰਹਿਮ ਕਰੇ ਜੀ। ਰਹਿਮ ਦਾ ਮਾਮਲਾ ਕਰੇ। ਇਹ ਵੇਖੋ ਬੇਟਾ, ਇਹ ਅਹਿਸਾਸ ਉਸ ਬੰਦੇ ਨੂੰ ਮਹਿਸੂਸ ਹੁੰਦਾ ਹੈ ਜਿਹਦੇ ਸੀਨੇ ਵਿੱਚ ਲੱਗਦੀ ਹੈ। ਹਾਂਜੀ ਬਾਬਾ ਜੀ। ਦੂਸਰੇ ਬੰਦੇ ਨੂੰ ਕੋਈ ਅਹਿਸਾਸ ਨਹੀਂ ਹੁੰਦਾ। ਉਹ ਆਂਦਾ ਉਹ ਵੇਖੋ ਜੀ ਉਹਨਾਂ ਦੀ ਲਿਖੀ ਇਸ ਤਰ੍ਹਾਂ ਸੀ, ਹੋ ਗਿਆ ਨਾ ਜਾਂਦੇ। ਅੱਲਾਹ ਤਾਲਾ ਕਰਮ ਕਰੇਗਾ। ਤੁਸੀਂ ਹਿੰਮਤ ਰੱਖੋ, ਮਿਹरबानी। अपना ख्याल रखो। दाऊद का घर है, ये दाऊद की गली है और बच्चे यहाँ छोटे छोटे फिर रहे हैं। लड़के इसी तरह छोटी छोटी गलियों में पल के बड़े हो जाते हैं। यहाँ छोटे छोटे होते हैं ना तो ये गलियाँ, तंग गलियाँ भी बहुत बड़ी बड़ी लगती हैं, लेकिन जब आप बड़े हो जाते हैं फिर ये गलियाँ जो बचपन में बड़ी लगती थी ये तंग लगना शुरू हो जाती हैं। आप इससे बाहर निकलना चाहते हैं। यहाँ पर जुल्म ये है कि हमने ये मुल्क बनाया इसलिए कि बेहतर मुस्तकबिल होगा। इन तंग गलियों में रहने वाले भी बेहतर मुस्तकबिल के ख्वाब देखते हैं। ख्वाब तो फिर ख्वाब होते हैं, वो तंग गलियों पे तो नहीं ना होते। वो तो फिर पूरी दुनिया, पूरी कायनात, पूरी कहकशां का देखते हैं। तो ये ख्वाब पूरे करने के लिए बच्चे जब इन तंग गलियों से निकलते हैं तो आगे उनके साथ जो हुआ वो आपने देख लिया कि उनको बेसमेंट में एक कश्ती की बेसमेंट में रखा गया, पानी तक नहीं दिया गया। मीडिया खबरों से भरा पड़ा। वो बताते हुए भी मेरा दिल जो उनसा है वो फट रहा है कि उनके साथ इस तरह गैर इंसानी सलूक किया गया। कोई बच्चा जानवर का मिले ना तो आप उस पर भी प्यार करते हैं, तो दिल रखते हैं, लेकिन इंसान के बच्चों के साथ ये जो सलूक करते हैं बिल्कुल भी इंसान नहीं है। ਬੱਚਿਆਂ ਨੂੰ ਕੁਝ ਵੀ ਨਾ ਹੋਵੇ, ਉਹਨਾਂ ਬੱਚਿਆਂ ਨੂੰ ਕੁਝ ਵੀ ਨਾ ਹੋਵੇ ਜੀ। नाज़रीन, हम गोले की में मौजूद हैं। गोले की के 7 या 8 नौजवान थे जो उस बदनसीब कश्ती में सवार थे। एक नौजवान जब यहाँ के पता चला है कि वो बच भी गया है और वो हो सकता है कि जल्दी वापस आ जाए। इंशाल्लाह अल्लाह करे वो वापस आ जाए, और जिनके अभी तक मिसिंग हैं इसी गाँव के, अल्लाह करे उनके बच्चे उनको जल्द मिल जाएँ और वो ठीक हों। अभी मैं यहाँ मौजूद हूँ, एक साहब हैं, वो यहाँ गाँव के ही हैं, वो कुछ बात बता रहे हैं। मैं आपका वो शेयर करना चाहता हूँ। अस्सलाम वालेकुम भाईजान जी। क्या नाम है आपका? जी मोहम्मद असगर। मोहम्मद असगर साहब, ਤੁਸੀਂ ਮੈਨੂੰ ਦੱਸ ਰਹੇ ਸੀ ਕਿ ਹਲੇ ਕੁਝ ਬੱਚੇ ਬਾਹਰ ਹੈਗੇ ਵੀ ਨੇ ਇਸ ਪਿੰਡ ਦੇ। ਸਰ ਜੀ ਗੁਜ਼ਾਰਿਸ਼ ਇਹ ਵੇ ਕਿ ਸਾਡੇ ਪਿੰਡ ਦੇ ਇੱਕ ਤਸਨੀਮ ਰਿਆਜ਼ ਸਾਹਿਬ ਨੇ, ਉਹਨਾਂ ਦਾ ਇੱਕ ਬੇਟਾ ਹੈ। ਹਾਂ, ਉਹ 15 ਦਿਨ ਤੋਂ ਉਹਨਾਂ ਫੜ ਲਿਆ ਸੀ ਲੀਬੀਆ 'ਚ। ਜੀ ਠੀਕ ਹੈ। ਅੱਜ ਹੁਣ ਉਹਦੇ ਨਾਲ ਮੇਰੀ ਗੱਲ ਹੋਈ, ਉਹਨਾਂ ਆਖਿਆ ਵੀ ਬੱਚੇ ਮੇਰੇ ਦਾ ਮਾਰ ਕੇ ਉਹਨਾਂ ਚਮੜੀ ਉਤਾਰ ਦਿੱਤੀ ਹੈ ਲਿਬੀਆ 'ਚ। ਲੀਬੀਆ 'ਚ 3 ਲੱਖ ਰੁਪਈਆ ਦੇ ਕੇ ਉਹਨੂੰ ਰਿਹਾ ਕਰਾ ਕੇ। ਕਿੰਨੇ ਮਾਰਿਆ ਉਹਨੂੰ? ਫੋਰਸਸ ਨੇ ਮਾਰਿਆ? ਲੀਬੀਅਨ ਫੋਰਸਸ ਨੇ ਉਹਨਾਂ ਨੇ ਮਾਰਿਆ ਉਹਨੂੰ। ਉਹਨਾਂ ਨੇ ਮਾਰਿਆ। ਔਰ ਜਿਨ੍ਹਾਂ ਨੂੰ ਵੀ ਫੜਦੇ ਨੇ, ਜਿਹੜੇ ਹੁਣ ਬੱਚੇ ਸਾਡੇ ਤਕਰੀਬਨ ਲਗਭਗ 15-20 ਦੇ ਕਰੀਬ ਸਾਡੇ ਪਿੰਡ ਦੇ ਬੱਚੇ ਨੇ ਜਿਨ੍ਹਾਂ ਨੂੰ ਮਤਲਬ ਸਾਡੀ ਮਦਦ ਇਸ ਦੀ ਜ਼ਰੂਰਤ ਹੈ। ਕਿਸੇ ਤਰੀਕੇ ਅਸੀਂ ਉਹਨਾਂ ਨੂੰ ਵਾਪਸ ਲੈ ਆਈਏ। ਜਿਨ੍ਹਾਂ ਨਾਲ ਰਾਬਤਾ ਹੋ ਰਿਹਾ ਹੈ ਉਹ ਤੇ ਸਾਨੂੰ ਵਾਪਸ ਮਿਲ ਜਾਣ। ਅਸੀਂ ਇਹਨਾਂ ਏਜੰਟਾਂ ਦੇ ਤਲਾਸ਼ ਮਤਲਬ ਇਹਨਾਂ ਚੱਕਰਾਂ 'ਚ ਆ ਕੇ ਤੇ ਅਸੀਂ ਫਸ ਤੇ ਗਏ ਆ। ਕਿੰਨੇ ਬੱਚੇ ਨੇ ਜਿਹੜੇ ਹਲੇ ਤੱਕ ਤੁਹਾਡੇ ਰਾਬਤੇ 'ਚ ਨੇ, ਜਿਹੜੇ ਲਿਬੀਆ 'ਚ ਨੇ? ਤਕਰੀਬਨ 15 ਤੋਂ 20 ਬੱਚੇ ਨੇ। ਉਹ ਹਜੇ ਵੀ ਲਿਬੀਆ 'ਚ ਨੇ? ਜੀ ਅਜੇ ਵੀ ਲਿਬੀਆ 'ਚ ਨੇ। ਐਸੇ ਪਿੰਡ ਦੇ? ਜੀ ਐਸੇ ਪਿੰਡ ਦੇ। ਮੇਰਾ ਆਪਣਾ ਇੱਕ ਬੇਟਾ ਹੈ, ਉਹ ਵੀ ਇਸ ਗੱਲ ਤੇ ਨਹੀਂ ਸੀ ਮੰਨ ਰਿਹਾ। ਉਹ ਆਂਦਾ ਸੀ ਵੀ ਮੈਂ ਹੁਣ ਮਤਲਬ ਅੱਗੇ ਵੀ ਮੰਜ਼ਲ ਹੈ, ਪਿੱਛੇ ਵੀ ਜ਼ਲਾਲਤ ਹੈ, ਇੱਥੇ ਇੱਕ ਮਾਫੀਆ ਹੈ, ਉਹ ਅਸੀਂ ਪਿਛਲਾ ਨਾ ਲਵੀਏ ਤੇ ਉਹ ਸਾਨੂੰ ਫੜਵਾਉਣ ਦਾ ਡਰ ਹੁੰਦਾ। ਜਿਹੜੇ ਫੜਨ ਵਾਲੇ ਨੇ ਉਹ ਕੀ ਕਰਦੇ ਨੇ, ਉਹ ਨੰਗਿਆਂ ਕਰਕੇ ਮਾਰਦੇ ਨੇ, ਇੰਜ ਦਾ ਮਾਰਦੇ ਨੇ ਕਿ ਹੱਦ ਤੋਂ ਜ਼ਿਆਦਾ ਮਤਲਬ ਜ਼ਲੀਲ ਕਰਦੇ ਨੇ। ਇੱਕ ਬੱਚਾ ਸਾਡੀ ਮਿਸਾਲ ਹੈ, ਹੋ ਸਕਦਾ ਉਹਦੀਆਂ ਸਾਨੂੰ ਵੀਡੀਓ ਵੀ ਮਾਰਦਾ ਕੌਣ ਜੇ? ਉੱਥੇ ਦੇ ਫੋਰਸਸ, ਲੀਬੀਅਨ ਫੋਰਸਸ। ਅੱਛਾ, ਬੱਚੇ ਦੀ ਵੀਡੀਓ ਕੀ ਹੈ? ਉਹਨੂੰ ਮਾਰ ਕੇ ਉਹਦੀ ਚਮੜੀ ਲਾ ਦਿੱਤੀ। ਇਹ ਬੜਾ ਪਿਆਰਾ ਬੱਚਾ, 18-19 ਸਾਲ ਦਾ ਬੱਚਾ, ਜਿਹਦੀ ਇਹ ਸੂਰਤ ਹਾਲ ਹੈ। ਉਹਦਾ ਵਾਲਦ ਆਂਦਾ 15 ਦਿਨ ਉਹਨੂੰ ਲੱਗਣ ਦੇ। ਉੱਥੇ ਕਿਸੇ ਬੰਦੇ ਅੱਗੇ ਰਿਕੁਐਸਟ ਕੀਤੀ, ਉਹਨਾਂ ਆਪਣੇ ਘਰ ਰੱਖ ਤੇ ਇਹ 15 ਕੁ ਦਿਨ ਤੋਂ ਬਾਅਦ ਇਸ ਪੋਜੀਸ਼ਨ 'ਚ ਹੋ ਜੇ ਕਿ ਇਹਨੂੰ ਵਾਪਸ ਕਿਸੇ ਤਰੀਕੇ ਅਸੀਂ ਲੈ ਆਈਏ। ਭਾਜੀ ਮੁੰਡੇ ਇੱਥੋਂ ਜਾਣਾ ਕਿਉਂ ਚਾਹੁੰਦੇ ਨੇ? ਕੀ ਵਜ੍ਹਾ ਹੈ ਪਿੰਡ ਦੀ? ਮੁੰਡੇ ਇੱਥੋਂ ਨਾ ਇਹ ਪਿੰਡ ਤੋਂ ਨਹੀਂ ਜਾਣਾ ਚਾਹੁੰਦੇ। ਹਾਂ, ਮੈਂ ਆਪ ਖੁਦ ਮਤਲਬ ਕਰੋੜਾਂ ਦੀ ਜਾਇਦਾਦ ਹੈ ਆਪਣੀ। ਹਾਂ, ਮੈਂ ਨਾ ਮੇਰੇ ਕੋ ਸੁਬਾ ਕੋ ਲੈ ਤੇ ਬਾਇਜ਼ਤ ਇਸ ਮੁਲਕ 'ਚ ਲੈ ਜੇ ਕੋਈ ਸੰਤ। ਕਿਉਂ? ਉਹ ਕਰਮਾ ਉਹ ਗੱਲ ਹੀ ਕੋਈ ਨਹੀਂ। ਮਹਿੰਗਾਈ ਮਤਲਬ ਇੱਥੇ ਹੁਣ ਅਸੀਂ ਪਹਿਲਾਂ
ਕੁਝ ਮਤਲਬ 5 ਸਾਲ 10 ਸਾਲ ਪਹਿਲਾਂ ਇਹ ਵੇਖੀਦਾ ਸੀ 2 ਰੁਪਏ ਚੀਜ਼ ਮਹਿੰਗੀ ਹੋਈ, ਹੁਣ 100 ਰੁਪਈਆ ਮਹਿੰਗੀ ਹੋ ਗਈ ਹੈ। ਅਸੀਂ ਇਹ ਸੋਚਦੇ ਹਾਂ ਬਸ ਸਾਡੇ ਬੱਚੇ ਅਸੀਂ ਕਿਹੜੇ ਕੀ ਉਹਨਾਂ ਅੱਗੇ ਵਹਾ ਕੇ ਕੀ ਉਮੀਦ ਹੀ ਕੋਈ ਨਹੀਂ ਕਿਸੇ ਰਹੀ, ਉਮੀਦ ਹੀ ਖਤਮ ਹੋ ਗਈ ਹੈ। ਔਰ ਇਹ ਅਸਲ ਫਸਣ ਦੀ ਵਜ੍ਹਾ ਹੈ ਵੇ, ਲੇਕਿਨ ਅਸੀਂ ਹੁਣ ਨਹੀਂ ਚਾਹੁੰਦੇ। ਅਸੀਂ ਆਨੇ ਬਸ ਉਸ ਜ਼ਲਾਲਤ ਨੂੰ ਇਹ ਜ਼ਲਾਲਤ ਨੂੰ ਅਸੀਂ ਕਬੂਲ ਕਰਨੇ ਆ। ਸਾਡੀ ਇਹ ਗੌਰਮੈਂਟ ਉੱਥੇ ਉਹਨਾਂ ਨਾਲ ਲੇਬੀਅਨ ਕੁਝ ਹੁੰਦਾ ਹੈ ਫਰਜ਼ ਕਰੋ, ਤੇ ਅਸੀਂ ਸਾਡੀ ਆਵਾਮ ਵੀ ਆਂਦੇ ਨੇ ਲੀਬੀਆ ਦੇ ਮੁਸਲਮਾਨ ਨੇ, ਉਹਨਾਂ ਵਾਸਤੇ ਅਸੀਂ ਆਵਾਜ਼ ਉਠਾਉਂਦੇ ਹਾਂ। ਉਹਨਾਂ ਵਾਸਤੇ ਅਸੀਂ ਆਵਾਜ਼ ਉਠਾਉਂਦੇ ਹਾਂ। साडा कोई सिपा सलारी उन्होंने फौजियां लिबियन गवर्नमेंट से भी साडी हमारी दरख्वास्त ये वापस किस तरीके आ जाए। हमारी लिबियन गवर्नमेंट से भी ये दरख्वास्त है कि जो पाकिस्तानी वहाँ पर हैं खुदारा उनके साथ कोई गैर इंसानी सलूक ना करें। जी जी, क्योंकि बच्चे हैं, छोटे हैं, गुमराह हो गए थे, उनको वापस आना चाहिए। वो कोई गुनहगार नहीं है, वो बच्चे तो विक्टिम है, वो बच्चे तो इसके तमाम के अंदर इसका शिकार हुए हैं। तो उनको प्लीज़ ऐसे मत ट्रीट किया जाना चाहिए। और मेरी दरख्वास्त हमारी हुकूमत वक्त से भी है कि वो इस बात की आवाज़ उठाएं, लिबियन गवर्नमेंट से उठाएं कि वहाँ पर जो पाकिस्तानी इस तरह हैं उन पाकिस्तानियों की हिफाजत को, उन बच्चों की हिफाजत को यकीनी बनाया जाए। बहुत शुक्रिया बाजी। मैं अल्लाह दे सुपुर्द कीता जे मैं अपना पुत्र अल्लाह सोना मेरा मेल कराया। मैंने फोन आ जा मेरे पुत्र दा मेरे अमन दा फोन आ जा मैं ठंड पे ने बच्चों ने कुछ भी ना होवे, बच्चों ने कुछ भी ना होवे जी। ਕੀ ਨਾਂ ਕੀ ਸੀ ਮੁੰਡੇ ਦਾ? ਵਜ੍ਹਾ ਕੀ ਹੈ? ਉਹਦਾ ਨਾਮ ਅਬਦੁੱਲਾ ਤਾਹਿਰ। ਤੇ ਕੀ ਖਬਰ ਆਈ ਤੁਹਾਨੂੰ ਕਿ ਠੀਕ ਹੈ? ਕੋਈ ਪਤਾ ਨਹੀਂ ਜੀ। ਤੁਹਾਡਾ ਨਵਾਸਾ ਸੀ, ਬਾਹਰ ਕਿਉਂ ਜਾਣਾ ਚਾਹੁੰਦਾ ਸੀ? ਕਦੀ ਤੁਹਾਨੂੰ ਦੱਸਿਆ ਉਹਨੇ ਕਿ ਨਾਨਾ ਹੀ ਐਸ ਕਰਕੇ ਜਾਣਾ ਚਾਹੁੰਦਾ? ਆ ਦਿਲੋਂ ਤਾਂ ਮੈਨੂੰ ਮਜ਼ਦੂਰੀ ਵਾਸਤੇ ਜਾਣਾ ਉਹਨੇ। ਹਾਲਾਤ ਠੀਕ ਨਹੀਂ ਗਏ ਸੀ, ਪੈਸਾ ਕਮਾਉਣਾ ਚਾਹੁੰਦਾ ਸੀ। ਪੈਸੇ ਵਾਸਤੇ ਜੀ ਕੋਈ ਵੀ ਬੰਦਾ ਬਾਹਰ ਜਾਂਦਾ ਪੈਸੇ ਵਾਸਤੇ ਜਾਂਦਾ। ਇੱਥੇ ਕੀ ਕਰਦਾ ਸੀ? ਵਾਈ ਸ਼ਾਈ ਕਰਦੇ ਆ। ਵਾਈ ਸ਼ਾਈ ਕਰਦਾ ਸੀ। ਤੇ ਕਿੰਨੀ ਉਮਰ ਸੀ ਉਹਦੀ? 17-18 ਸਾਲ। 17-18 ਸਾਲ ਦਾ ਬੋਬੀ ਤੇ ਬਹੁਤ ਛੋਟਾ ਸੀ, ਪੜਿਆ ਨਹੀਂ ਸੀ? ਪੜਿਆ ਥੋੜਾ ਜਿਹਾ ਹੀ ਪੜਿਆ, ਥੋੜਾ ਜਿਹਾ ਪੜਿਆ, ਯਾਨੀ ਕਿ ਜ਼ਿਆਦਾ ਨਹੀਂ ਪੜਿਆ ਤੇ ਬਾਹਰ ਜਾਣਾ ਚਾਹੁੰਦਾ ਸੀ। भाई ਤੁਸੀਂ ਇੱਥੇ ਜਾਣਦੇ ਹੋ भाईजान बात ये कि बच्चा जो ना ये माइक पकड़ उसके अपने पापा से ज्यादा मतलब कह रहा है मैं बाहर हूँ, पापा उसके कहा नहीं जाना नहीं है, इधर काम है, हमारे जानवर भी हैं, भैंसे हैं, जमीन भी है। आप जानते थे लड़के अब्दुल्ला को? जी मैं उनके रिश्तेदार हूँ। अच्छा, मैं मंडी बाउद्दीन से हूँ। मंडी बाउद्दीन से? जी जी। तो उनके वो घर वाले उसको मना करते थे। वो ऐसे कोई दोस्तों के साथ मिलकर उन्होंने प्रोग्राम बनाया, यार ऐसा करिए हम लोग बाहर निकल जाए किसी तरीके। वो बंदे इधर जाते भी आए, वहाँ पे बंदे वीडियो बनाते, तस्वीरें भेजते हैं बच्चों को। बच्चों देखते यार ये बाहर से जाके इधर पैसा कमा रहे हैं, देखो ये क्या कर रहे हैं। ये नहीं देखते ये उधर कितनी मजदूरी मुश्किल से करते हैं, या जाना ये पता नहीं बड़ी मुश्किल से जा रहे हैं, ये लोग क्या करें। अच्छा उन्होंने आगे एजेंट से बात की है किसी के, एजेंट ने उनको ऐसे वर्गलाया है। बच्चे थे छोटे छोटे, बच्चों ने अपने माई बाप को बड़ा मजबूर किया, पैसे दो हम लोग तो जा रहे हैं। इस गांव के 7-8 लड़के थे मेरा ख्याल। इस गांव कितने थे? इस गांव के 7 थे, और मेरा ख्याल वो गनिया के 4 थे, और बाकी वो कोटली और बच्चे हैं सारे 25 साल का। सब की उम्र ये इतनी उम्र है 17-18। इसका जो बड़ा भाई है वो घर में है, ये छोटा ये कहता है बाहर जाना। कितने पैसे लिए गए इसने बाहर जाने के? 25 लाख 24-25 लाख 25 लाख के उधर पहुंच गए। ये बच्चे जिनसे थे ये यहाँ पर यहाँ पर क्या खुश नहीं थे अपने अपने घरों में? प्रॉब्लम कोई मसला चल? ठीक है, गुजारा चल रहा था अपना माशाल्लाह, गुजारा ठीक है। लेकिन देखते हुए बंदा बाहर जाता है, गाड़ी लेता 4 दिन इधर घूमता है। घर बार तो ठीक सी, छत ते हैगी है। मेरी गल सुनो, मैं बच्चे का चाचा हूँ, सन कोई मसला नहीं सी है, कोई तकलीफ नहीं सी बच्चे को। साडी कम अज कम एक मुरब्बा जमीन है, कोई तकरीबन 70-80 भैंसा ने गांवां ने सन, कोई मुआशी तंगी नहीं है। ये बच्चे के दोस्त सन वो टुर गए ने, ये वो उन्होंने दोस्तों नाल ही सलाह की है भाई मैं भी आना। जिस तरह एक बंदे नूं जनून नहीं हुंदा कि मैं यूरोप जाना है, बस इहनूं ये जनून सी। और असी इहनूं बड़ा मना किया है भाई सानूं कोई जरूरत नहीं, तू टुर जांदा सानूं पीछे बंदा रखना पवेगा। लेकिन ਉਹਦੀ ਲਿਖੀ ਇਸ ਤਰ੍ਹਾਂ ਸੀ, ਉਹਨੇ ਜਾਣਾ ਹੀ ਉੱਥੇ ਸੀ। ਤੁਹਾਡੇ ਨਾਲ ਚਾਚੇ ਦੇ ਨਾਲ ਗੱਲ ਤੇ ਕਰਦਾ ਹੋਏਗਾ, ਕੀ ਕਹਿੰਦਾ ਸੀ? ਜੀ ਮੈਨੂੰ ਉਹਨੇ ਇਹਦਾ ਬਾਪ ਸੀ ਨਾ ਮੇਰਾ ਭਾਈ ਵੱਡਾ ਭਾਈ, ਉਹ ਨਹੀਂ ਸੀ ਮੰਨਦਾ, ਨਹੀਂ ਮੰਨਦੇ ਸੀ। ਨਹੀਂ ਸਮਝਦਾ ਸਾਡਾ ਇੱਥੇ ਕੰਮ ਬੜਾ, ਸਾਨੂੰ ਕੀ ਜ਼ਰੂਰਤ ਬਾਹਰ ਜਾਣ ਦੀ। ਸਹੀ ਗੱਲ ਹੈ। ਇਹਨੇ ਮੈਨੂੰ ਮਜਬੂਰ ਕਰ, ਦੂਸਰਿਆਂ ਨੂੰ ਮਜਬੂਰ ਕਰ, ਮੇਰੇ ਅੱਬੇ ਨਾਲ ਕੋ ਮੈਨੂੰ ਕੱਢਣਾ ਬਾਹਰ ਟੋਟ। ਫਿਰ ਔਲਾਦ ਮਜਬੂਰ ਕਰਨੇ ਦੀ ਵਾਲਦੈਨ ਨੂੰ, यानी ज़िग ਉਹਦੇ ਤੇ ਕੋਈ ਪਰੇਸ਼ਾਨੀ ਨਹੀਂ ਸੀ, ਕੋਈ ਮਜਬੂਰੀ ਨਹੀਂ ਸੀ, ਕੋਈ ਪਰੇਸ਼ਾਨੀ, ਕੋਈ ਮੁਆਸ਼ੀ ਹਾਲਾਤ ਤੋਂ ਤੰਗ ਨਹੀਂ, ਕੋਈ ਤੰਗ, ਸ਼ੌਕ ਦੀ ਵਜ੍ਹਾ ਤੋਂ।
ਅੱਲਾਹ ਤਾਲਾ ਹਾਲਾਤ ਤੇ ਰਹਿਮ ਕਰੇ। ਤੁਹਾਨੂੰ ਖਬਰ ਕੀ ਆਈ ਹੁਣ, ਤੁਹਾਨੂੰ ਕੀ ਪਤਾ ਚੱਲਿਆ? ਸਰ ਖਬਰ ਉਹ ਹੀ ਹੈ ਜਿਹੜੀ ਆ ਚੱਲਦੀ ਹੈ ਪਈ ਵੀ ਉਹ ਤੁਹਾਨੂੰ ਜਿਹੜੀ ਕੋਈ ਕਨਫਰਮ ਖਬਰ ਨਹੀਂ ਹੈ? ਉਹ ਬਿਲਕੁਲ ਕੋਈ ਕਨਫਰਮ ਤੁਹਾਨੂੰ ਨਹੀਂ ਪਤਾ ਕਿ ਜ਼ਿੰਦਾ ਹੈ ਜਾਂ ਜੀ ਬਿਲਕੁਲ ਨਹੀਂ ਪਤਾ। ਕੁਝ ਨਹੀਂ ਪਤਾ। ਤੁਹਾਨੂੰ ਰਾਬਤਾ ਕਿਹਨੇ ਕੀਤਾ ਹਾਲੇ ਤੱਕ ਉੱਤੋਂ? ਕੋਈ ਸਰਕਾਰ ਵੱਲੋਂ ਰਾਬਤਾ, ਕੋਈ ਐਫਆਈ ਵੱਲੋਂ ਰਾਬਤਾ, ਕੋਈ? ਐਫਆਈਆਰ ਆਏ ਸਨ ਅੱਛਾ, ਸਭ ਤੋਂ ਪਹਿਲਾਂ ਜੀ ਠੀਕ ਹੈ। ਉਹ ਫਿਰ ਉਹਨਾਂ ਆਪਣੀ ਜਿਹੜੀ ਕਾਰਵਾਈ ਕਰਨੀ ਸੀ ਕਰ ਟੂ ਤੁਹਾਨੂੰ ਪਹਿਲੀ ਦਫਾ ਪਤਾ ਕਿਸ ਤਰ੍ਹਾਂ ਚੱਲਿਆ? ਪਹਿਲੀ ਦਫਾ ਤੇ ਜਿਸ ਤਰ੍ਹਾਂ ਆਮ ਬੰਦੇ ਸੁਣਿਆ, ਅਸਾਂ ਵੀ ਸੁਣਿਆ ਕਿ ਯੂਨਾਨ ਕਸ਼ਤੀ ਡੁੱਬ ਗਈ ਹੈ। ਹਾਂਜੀ। ਲੇਕਿਨ ਸਾਡੇ ਜ਼ਿਹਨ 'ਚ ਇਹ ਸੀ ਕਿ ਸਾਡਾ ਮੁੰਡਾ ਲੀਬੀਆ ਤੋਂ ਇਟਲੀ ਜਾਣਾ, ਯੂਨਾਨ ਨਾਲ ਤੇ ਉਹਦਾ ਕੰਮ ਹੀ ਕੋਈ ਨਹੀਂ ਕਰਦਾ। ਫਿਰ ਸਾਡੇ ਪਿੰਡ ਦਾ ਇੱਕ ਬੰਦਾ ਬਚ ਗਿਆ। ਹਾਂਜੀ, ਇੱਕ ਮੁੰਡਾ ਅੱਗੇ ਬਚਿਆ। ਉਹ ਜਦੋਂ ਉਹ ਆਇਆ ਨਾ ਟੀਵੀ ਤੇ ਜਾਂ ਨੈਟ ਤੇ, ਅੱਜ ਕੱਲ੍ਹ ਫਿਰ ਹਰ ਬੰਦੇ ਦੇ ਜੇਬ 'ਚ ਟੀਵੀ ਹੈ, ਉਹ ਫਿਰ ਸਾਨੂੰ ਵੀ ਜਿਹੜਾ ਮਹਿਸੂਸ ਹੋਇਆ ਇਹ ਤਾਂ ਬਈ ਸਾਡੇ ਨਾਲ ਸੀ। ਫਿਰ ਜੇ ਅਸੀਂ ਉਹਦੇ ਕੋਲ ਫਿਰ ਇੱਕ ਬੰਦਾ ਗਿਆ ਉੱਥੇ ਯੂਨਾਨ, ਉਹ ਵੀ ਸਾਡੇ ਪਿੰਡ ਦਾ ਹੀ ਹੈ, ਯੂਨਾਨ ਹੀ ਰਹਿੰਦਾ ਸੀ। ਜੀ ਠੀਕ ਹੈ। ਉਹ ਜਿਸ ਗਿਆ ਤੇ ਉਹਨੇ ਫਿਰ ਦੱਸਿਆ ਕਿ ਫਲਾਣਾ 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 ਅਸੀਂ ਸਾਰੇ ਇਕੱਠੇ ਸਨ। ਤੇ ਫਿਰ ਤਾਂ ਵਜ੍ਹਾ ਤੁਹਾਡਾ ਬੱਚਾ ਵੀ ਸੀ ਉਹਦੇ? ਬੱਚਾ ਵੀ ਸਾਡਾ। ਤੇ ਉਹਨੇ ਜਾਣ ਤੋਂ, ਕਸ਼ਤੀ ਚੜਨ ਤੋਂ ਪਹਿਲੇ, ਕੁਝ ਕਰਨ ਤੋਂ ਪਹਿਲੇ ਕੋਈ ਇਤਲਾਹ, ਕੋਈ ਤੁਹਾਡੇ ਨਾਲ ਕੋਈ ਗੱਲਬਾਤ? ਨਹੀਂ, ਉਹ ਰੋਜ਼ ਰਾਬਤਾ ਹੁੰਦਾ ਸੀ। ਅੱਛਾ। ਜਿਸ ਵੇਲੇ ਕਸ਼ਤੀ ਚੜੇ ਨੇ ਉਹ ਉਸ ਦਿਨ ਵੀ ਰਾਬਤਾ ਹੋਇਆ। ਕੀ ਕਹਿੰਦਾ ਤੁਹਾਨੂੰ? ਉਹ ਜਿਸ ਵੀ ਉੱਥੇ ਪਹੁੰਚ ਗਿਆ ਤਾਂ ਉਹ ਫਿਰ ਇਹ ਹੀ ਪੁੱਛਦਾ ਸੀ ਵੀ ਹੁਣ ਕੀ ਆਂਦੇ ਨੇ। ਉਹ ਰੋਜ਼ ਦੱਸਦਾ ਸੀ ਸਾਨੂੰ ਕੱਲ 1-2 ਦਿਨ 'ਚ ਤੁਹਾਨੂੰ ਚਾੜ ਦਿਆਂਗੇ। ਜਿਸ ਦਿਨ ਚੜ੍ਹਿਆ ਨੇ ਉਸ ਦਿਨ ਰਾਬਤਾ ਨਹੀਂ ਹੋਇਆ। ਉਹ ਫਿਰ ਮੇਰੇ ਹਾਲੇ ਅਚਾਨਕ ਕਿਧਰ ਉਹਨਾਂ ਦਾ ਪ੍ਰੋਗਰਾਮ ਬਣਿਆ ਤੂੰ ਮੈਨੂੰ ਚਾੜਤਾ। ਏਜੰਟ ਨੇ ਦੱਸਿਆ ਕਿ ਤੁਹਾਡਾ ਮੁੰਡਾ ਅੱਜ ਜਿਹੜਾ ਨਾਲ ਪਹੁੰਚ ਗਿਆ। ਏਜੰਟ ਇਹ ਬੱਚਿਆਂ ਨੂੰ ਇਸ ਤਰ੍ਹਾਂ ਕਰ ਰਿਹਾ ਸੀ, ਉਹ ਤੁਸੀਂ ਪੜ ਲੱਭਿਆ, ਕੋਈ ਦੇਖਿਆ ਕਿ ਕੀ ਕਿੱਥੇ ਹੈਗਾ ਉਹ? ਸਰ ਮੇਰੀ ਗੱਲ ਸੁਣੋ, ਸਾਡਾ ਬੱਚਾ ਜ਼ਬਰਦਸਤੀ ਗਿਆ। ਜ਼ਬਰਦਸਤੀ ਗਿਆ? ਜ਼ਬਰਦਸਤੀ ਗਿਆ। ਕੋਈ ਸਾਨੂੰ ਕਿਸੇ ਏਜੰਟ ਨਹੀਂ ਆਖਿਆ ਵੀ ਤੁਸੀਂ ਇਹਨੂੰ ਟੋਰੋ, ਸਾਨੂੰ ਘਰ ਆ ਕਿਸੇ ਬੰਦੇ ਨਹੀਂ ਆਖਿਆ, ਅਸੀਂ ਖੁਦ ਉਹਦੇ ਕੋਲ ਗਏ। ਅੱਲਾਹ ਤਾਲਾ ਜੀ ਰਹਿਮ ਕਰੇ ਸਾਡੇ ਹਾਲ ਤੇ। ਮੈਂ ਇਹੀ ਦੁਆ ਕਰਾਂਗਾ ਅੱਲਾਹ ਤਾਲਾ ਤੁਹਾਡੀ ਮੁਸ਼ਕਿਲ ਆਸਾਨ ਕਰੇ ਬਾਬਾ ਜੀ, ਤੁਹਾਡੀ ਮੁਸ਼ਕਿਲ ਆਸਾਨ ਕਰੇ, ਤੁਹਾਡੀ ਤਕਲੀਫਾਂ ਦੂਰ ਹੋਣ। ਇਹ ਸਾਡੇ ਪਿੰਡ ਦੇ ਜਿੰਨੇ ਬੰਦੇ ਗਏ ਨਾ, ਕਿਸੇ ਨੂੰ ਵੀ ਮੁਆਸ਼ੀ ਤੰਗੀ ਇੱਕ ਨਹੀਂ ਸੀ। ਉਹ ਮੈਨੂੰ ਨਜ਼ਰ ਆ ਰਿਹਾ ਮਾਸ਼ਾਅੱਲਾ, ਅੱਛਾ ਵਸਦਾ ਪਿੰਡ ਹੈਗਾ, ਕੋਈ ਪਰੇਸ਼ਾਨੀ ਨਹੀਂ, ਕੋਈ ਪਰੇਸ਼ਾਨੀ, ਅੱਛੇ ਪੱਕੇ ਘਰ ਨੇ, ਅੱਛਾ ਸਹੀ ਪਿੰਡ ਹੈਗਾ। ਚਲੋ ਮਿਹਰਬਾਨੀ ਬਾਬਾ ਜੀ, ਤੁਸੀਂ ਆਪਣਾ ਖਿਆਲ ਰੱਖੋ। ਅੱਲਾਹ ਤਾਲਾ ਸਾਡੇ ਹਾਲ ਤੇ ਰਹਿਮ ਕਰੇ। ਮੇਰੀ ਦੁਆ ਹੈ ਬਾਬਾ ਜੀ, ਦੁਆ ਕਰ ਲਓ। ਜਵਾਨ ਬੱਚਾ ਸੀ। ਮਾਸ਼ਾਅੱਲਾ ਤੁਹਾਡੇ ਹਰਕਤ ਬਹੁਤ ਆ। ਮੇਰਾ ਬੇਟਾ ਹਿੰਮਤ ਅੱਲਾ ਦੇ ਸਪੁਰਦ ਕੀਤਾ ਜੇ ਮੈਂ ਆਪਣਾ ਪੁੱਤਰ। ਅੱਲਾ ਸੋਹਣਾ ਮੇਰਾ ਮੇਲ ਕਰਾਇਆ, ਮੈਨੂੰ ਫੋਨ ਆ ਜਾ ਮੇਰੇ ਪੁੱਤਰ ਦਾ, ਮੇਰੇ ਅਮਨ ਦਾ ਫੋਨ ਆ ਜਾ, ਮੈਂ ਛੱਡ ਪਿਆ ਜੇ। मैं बड़े शहर से आया हूँ और गांव में रिकॉर्डिंग कर रहा था। इतनी खूबसूरत आबो हवा है, ताज़ी आबो हवा, शहरों में शायद ये मिलती नहीं है। इतनी पीसफुल जगह है, शहरों में शायद इतना ही खामोश जगह कहीं मिलती नहीं है जहाँ बैठ के सोच सकें, बात कर सकें। गांव आगे ऐसा लगता है कि यार वापस रूट्स में आ गए हैं, अब अपनी जगह पे आ गए हैं। लेकिन फिर मुझे यहाँ आके जब मैंने लोगों से बात की और जिस इशू के लिए हम यहाँ बात कर रहे थे कि नौजवान जो से हैं वो यहाँ से बाहर जाना चाहते हैं। सोशल मीडिया ने इस कदर वो चमक दिखाई है लोगों को, और जिस तरह वो गांव तक आया है, उसने जितनी चमक दिखाई है शहरों की, वो सारी आर्जी है, वो फिल्टर्स हैं, वो सारा का सारा धोखा है। और उस धोखे में आगे नौजवान यहाँ पर इस मिट्टी के अंदर से सोना निकालने की बजाय वो बाहर जाके किस्मत आजमाई करना चाहता है। फिर इस धोखे के अंदर सबसे बड़ा धोखा जो नज़र आ जाता है वो ये है कि सुहाने ख्वाब हैं, बेहतर मुस्तकबिल है, यहाँ से बेहतरीन चीज़ है, यहाँ माँ बाप हैं, सारे रिश्तेदार हैं, यार दोस्त हैं, करीब हैं, एक जुट के अंदर हैं, यहाँ पर अपनी ज़मीन है जिस पे काश्तकारी करोगे, यहाँ पर अपने रिश्तेदार हैं, बहन भाई हैं, सब करीब हैं। दूर जाओगे, हाँ पैसे थोड़े ज़्यादा कमा लोगे, मेहनत इससे भी ज़्यादा शदीद करनी पड़ेगी। हो सकता है कि वहाँ नालियाँ भी साफ़ करनी पड़े, वहाँ गैर का गंद भी उठाना पड़े, वहाँ जाके ऐसी मजदूरी करनी पड़े जो यहाँ पर पिंड में रहते हुए सोचना भी शायद बुरा लगे, लेकिन वहाँ ये सारा कुछ करना पड़े। क्यों? पैसे थोड़े ज़्यादा कमा लें। पैसे थोड़े ज़्यादा कमा लेंगे क्या होगा? हाँ, गांव में जैसे एक भाई ने बताया, रिश्ता अच्छा हो जाएगा, यहाँ पर कोठी जो सी है बड़ी बन जाएगी, चूने वाली कोठी गाँव में बन जाएगी। ये चूने वाली कोठियाँ जो सी है ना, ये मजबूत होती हैं, लेकिन ये कच्चे घरों का मुकाबला नहीं कर सकती। उन कच्चे घरों में बहुत बड़े बड़े दिल के और बड़े लोग रहते हैं। इन चूने की दीवारों के पीछे, इन बड़ी कंक्रीट की इमारतों के पीछे जो लोग रहते हैं, उनके दिल बड़े छोटे हो गए होते हैं, और जितने सख्त घरों में रहते हैं उतने ही सख्त हो चुके होते हैं, दिल नरम नहीं होते। हम जितने नरम घरों में रहते हैं, मिट्टी के घरों में रहते हैं, मिट्टी के करीब रहते हैं,
हमारे दिल उतने ही नरम होते हैं कि आज भी पसीज जाते हैं कि यहाँ गांव में आया, मैं जिस माँ के पास गया उस माँ ने मुझे ऐसे ही लिया जैसे उसका अपना बेटा आ गया, उसने उतना ही प्यार मुझे किया। लेकिन उसका अपना बेटा जो उनसे है उस माँ का प्यार छोड़ के, उसकी गोद छोड़ के दूर चला गया। मुश्किलात थी, ज़िंदगी बेहतर बनाने का ख्वाब था, ज़िंदगी बेहतर बनानी थी। इसमें सबसे बड़ा कसूर जो उनसा है, जो यहाँ आगे मुझे नज़र आता है, वो इसी बात का है कि हम अपनी औलाद को, अपनी नौजवान नस्ल को मौके ही नहीं दे सके। उन तक हमने वो तस्वीरें तो पहुँचा दी तरक्की की, तरक्की तक पहुँचने का रास्ता नहीं बता सके। सिर्फ तरक्की की तस्वीरें देख के वो लोगों को हमने इस कदर अंधा कर दिया कि वो किसी भी चीज़ से गुजरने को तैयार हो गए और किसी भी चीज़ को क्रॉस करने को, किसी भी आग के दरिया को क्रॉस करने को तैयार हो गए। उनका इश्क किस कदर हो गया उस तरक्की के साथ। हम उनको ये बता ही नहीं सके कि ये तरक्की किस मेहनत से आती है। हम सब कुछ बताने में नाकाम रहे और इस सोशल मीडिया ने यहाँ पर ये तबाही मचा दी कि इनको ऐसे ख्वाब दिखा दिए जिस ख्वाब की ताबीर के लिए शायद जान तक गंवानी पड़े। मेरी आप सबसे गुजारिश यही है और देखने वालों से भी अर्ज़ यही है कि अल्लाह ताला कुरान पाक में फरमाता है कि मैं सब्र करने वालों के साथ हूँ। और इंसान की ज़िंदगी में जो इंसान को सबसे ज़्यादा तकलीफ़ पहुँचाती है चीज़, वो लालच है। ये पहला गुनाह है हज़रत इंसान का, लालच, जिसने उसको जन्नत से निकलवाया और जिसने उसको इस तमाम इम्तिहान से गुजारा। ये लालच जो उनसे है, ये हर चीज़ की जड़ है और इस लालच का इलाज सिर्फ़ और सिर्फ सब्र है। थोड़ी रोटी, छोटी रोटी, 2 वक्त का खाना, चाहे 1 वक्त का खाना, इज्जत का खाना, अपनी फैमिली के साथ खाना बहुत बेहतर है उस खाने से जिसमें ज़िंदगी जाए, जिसमें इज्जत जाए, जिसमें नाम जाए, जिसमें सब कुछ तबाह हो जाए लेकिन पैसा बहुत ज़्यादा आ जाए। वो 2 वक्त की रोटी उस 1000 खानों से बेहतर, मैं इसको ऐसा मानता हूँ। सब्र जिस बंदे ने कर लिया, जिस बंदे ने सब्र का दामन पकड़ लिया, वो ज़िंदगी में कामयाब है। देखें, नींद इस चारपाई पे भी आ जाती है, नींद है ना, इस चारपाई पे आ जाती है। यहाँ बैठ के 2 सूखी रोटियाँ खा लूँगा, मेरा शिकम भर जाएगा। एक महल के अंदर बैठ जाऊँगा, एक महल के अंदर बैठ के पुरतकल्लुफ़ पुरतईश खाना खा लूँगा, फिर भी पेट ही भरना है ना। तो पेट को भरना है तो वो ऐसे भी भरा जा सकता है जहाँ इज़्ज़त से और वक़ार के साथ मिले रिस्क। जब उस रिस्क की वजह से जान जाए, उस रिस्क की वजह से तकलीफ़ आए, उस रिस्क की वजह से परेशानी आए, तो ऐसी दौलत, ऐसी शोहरत जो सी है उससे माफ़ी मांग लेनी चाहिए और सब्र करना चाहिए। सब्र का दामन अपने हाथ से ना छोड़ें। एक मुसलमान को बेहतरीन तालीम जो सी है ना हमारे नबी सल्लल्लाहु अलैहि वसल्लम की, वो सब्र था कि सब्र करो, अल्लाह ताला पे यकीन रखो, अपना अकीदा पुख्ता रखो, तुम्हारे लिए आसानियाँ पैदा होंगी। और जितना मुश्किल वक्त होता है उस मुश्किल के बाद आसानी आती ही आती है। अल्लाह ताला फरमाता है कि हर मुश्किल के साथ एक आसानी जुड़ी हुई है। तो उस आसानी का इंतज़ार करें, उस मुश्किल को और मुश्किल मत बनाएं। ये इम्तिहान होते हैं छोटे छोटे, इस इम्तिहान में अल्लाह ताला हम सबको कामयाब करें, मेरी दुआ है। अपना ख्याल रखें, मुझे ज़्यादा इंशाल्लाह फिर मुलाकात होगी। अल्लाह हाफ़िज़। पाकिस्तान जिंदाबाद।